हाँ जी, ਸਤਿ ਸ੍ਰੀ ਅਕਾਲ ਦੋਸਤੋ। ਵੈਲਕਮ ਟੂ ਐਗਜ਼ਾਮ ਪ੍ਰੈਪ ਪੰਜਾਬ। ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ ਦੋਸਤੋ, ਜਿੱਥੇ ਕਿ ਮੈਂ ਤੁਹਾਨੂੰ ਪੰਜਾਬ ਗੌਰਮੈਂਟ ਐਗਜ਼ਾਮਸ ਦੇ ਆਉਣ ਵਾਲੇ ਸਾਰੇ ਹੀ ਪੰਜਾਬ ਪੁਲਿਸ ਅਤੇ PTPSP ਦੇ ਐਗਜ਼ਾਮਸ ਦੀ MCQs ਫੋਰਮ ਵਿੱਚ ਕਲਾਸਿਸ ਸਟਾਰਟ ਕੀਤੀਆਂ ਹੋਈਆਂ ਹਨ। ਸੋ ਦੋਸਤੋ, ਹੁਣ ਤੱਕ ਅਸੀਂ ਲਗਭਗ 9 ਕਲਾਸਿਸ ਕਰ ਚੁੱਕੇ ਹਾਂ, ਜਿਸ ਦੇ ਵਿੱਚ ਕਿ ਮੈਂ ਤੁਹਾਨੂੰ ਸਿੱਖ ਗੁਰੂਆਂ ਬਾਰੇ, ਉਹਨਾਂ ਦੇ ਜੀਵਨ ਕਾਲ ਬਾਰੇ ਜਾਣਕਾਰੀ ਦਿੱਤੀ ਹੈ। ਸੋ ਉਮੀਦ ਹੈ ਤੁਸੀਂ ਜ਼ਰੂਰ ਹੀ ਉਹ ਕਲਾਸਿਸ ਦੇਖ ਲਈਆਂ ਹੋਣਗੀਆਂ ਅਤੇ ਮੈਂ ਉਹਨਾਂ ਕਲਾਸਿਸ ਦੀ ਅਲੱਗ ਤੋਂ ਪਲੇਲਿਸਟ ਬਣਾ ਦੇਵਾਂਗਾ। ਸੋ ਉਹ ਸੀਰੀਜ਼ ਸਾਡੀ ਖਤਮ ਹੋ ਗਈ ਹੈ ਦੋਸਤੋ। ਹੁਣ ਜੋ ਅਸੀਂ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ, ਉਸ ਵਿੱਚ ਮੈਂ ਤੁਹਾਨੂੰ ਪੋਲਿਟੀ ਦੇ ਸਾਰਾ ਹੀ ਸਿਲੇਬਸ MCQs ਫੋਰਮ ਵਿੱਚ ਕਵਰ ਕਰਾਵਾਂਗਾ, ਜਿਸ ਦੇ ਵਿੱਚ ਕਿ ਅਸੀਂ ਸਟਾਰਟਿੰਗ ਤੋਂ ਸੰਵਿਧਾਨ ਦੇ ਬਣਨ ਤੋਂ ਲੈ ਕੇ ਉਸ ਦੇ ਐਂਡ ਤੱਕ, ਜਦੋਂ ਤੱਕ ਉਹ ਬਣ ਕੇ ਤਿਆਰ ਹੋ ਗਿਆ ਸੀ, ਉਸ ਬਾਰੇ ਅਸੀਂ ਸਾਰੀ ਜਾਣਕਾਰੀ MCQs ਦੇ ਫੋਰਮ ਵਿੱਚ ਕਰਾਂਗੇ। ਸੋ ਦੋਸਤੋ, ਤੁਸੀਂ ਇਸ ਸੀਰੀਜ਼ ਨਾਲ ਜੁੜੇ ਰਹਿਣਾ, ਕਿਉਂਕਿ ਖਾਸ ਕਰ ਪੰਜਾਬ ਪੁਲਿਸ ਵਰਗੇ ਐਗਜ਼ਾਮ ਵਿੱਚ ਪੋਲਿਟੀ ਦੀ ਵੇਟੇਜ ਬਹੁਤ ਹੀ ਵੱਧ ਰਹਿੰਦੀ ਹੈ। ਸੋ ਦੋਸਤੋ, ਜ਼ਿਆਦਾ ਸਮਾਂ ਨਾ ਵੇਸਟ ਕਰਦੇ ਹੋਏ ਅਸੀਂ ਆਪਣੀ ਕਲਾਸ ਸ਼ੁਰੂ ਕਰਦੇ ਹਾਂ। ਸੋ ਇਹ ਪੋਲਿਟੀ ਦੀ ਕਲਾਸਿਸ ਹੁਣ ਲਗਾਤਾਰ ਚੱਲਦੀਆਂ ਰਹਿਣਗੀਆਂ, ਠੀਕ ਆ ਦੋਸਤੋ। ਸੋ ਅਸੀਂ ਅੱਜ ਜੋ ਸਾਡਾ ਟੌਪਿਕ ਰਹਿਣ ਵਾਲਾ ਹੈ, ਉਹ ਹੈ ਡਿਵੈਲਪਮੈਂਟ ਆਫ ਦਾ ਕੌਂਸਟੀਟਿਊਸ਼ਨ, ਜਿਸ ਦੇ ਵਿੱਚ ਕਿ ਅਸੀਂ ਦੇਖਾਂਗੇ ਕਿ ਜੋ ਕੌਂਸਟੀਟਿਊਸ਼ਨ ਹੈ ਉਸ ਦੀ ਡਿਵੈਲਪਮੈਂਟ, ਯਾਨੀ ਕਿ ਇਨੀਸ਼ੀਅਲ ਸਟੇਜ ਦੇ ਵਿੱਚ ਉਸ ਦੇ ਵਿੱਚ ਕੀ ਕੁਝ ਹੋਇਆ, ਜਿਸ ਦੇ ਨਾਲ ਕਿ ਕੌਂਸਟੀਟਿਊਸ਼ਨ ਦੀ ਜ਼ਰੂਰਤ ਸਾਹਮਣੇ ਆਈ ਅਤੇ ਉਸ ਦੀ ਫਰੇਮ ਕਿਸ ਤਰੀਕੇ ਨਾਲ, ਅਸੀਂ ਕਿਸ ਮੋਟਿਵ ਨਾਲ ਕੀਤਾ ਗਿਆ। ਸੋ ਦੋਸਤੋ, ਸਭ ਤੋਂ ਪਹਿਲਾ ਕੁਐਸਚਨ ਰਹੇਗਾ, ਕੈਬਨਿਟ ਮਿਸ਼ਨ ਟੂ ਇੰਡੀਆ ਵਾਜ਼ ਹੈਡਡ ਬਾਏ। ਜੋ ਇੰਡੀਆ ਦਾ ਕੈਬਨਿਟ ਮਿਸ਼ਨ ਸੀ, ਅਸੀਂ ਜਾਣਦੇ ਹਾਂ ਕਿ ਉਸਨੇ ਹੀ ਕੌਂਸਟੀਟਿਊਂਟ ਅਸੈਂਬਲੀ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸੀ। ਸੋ ਦੋਸਤੋ, ਕੈਬਨਿਟ ਮਿਸ਼ਨ ਟੂ ਇੰਡੀਆ ਵਾਜ਼ ਹੈਡਡ ਬਾਏ, ਕਿਹਨਾਂ ਨੇ ਹੈਡ ਕੀਤਾ ਸੀ? ਸੋ ਸਹੀ ਉੱਤਰ ਰਹੇਗਾ ਲਾਰਡ ਪੈਥਿਕ ਲਾਰੈਂਸ। ਦੋਸਤੋ, ਇਹ ਕੌਂਸਟੀਟਿਊਸ਼ਨ ਬਣਨ ਤੋਂ ਪਹਿਲਾਂ ਦੀ ਗੱਲ ਹੈ, ਕਿਉਂਕਿ ਕੌਂਸਟੀਟਿਊਸ਼ਨ ਬਣਨ ਤੋਂ ਬਾਅਦ ਅਸੀਂ ਜਾਣਦੇ ਹਾਂ ਕਿ ਉਹਨਾਂ ਦੇ ਪਹਿਲੇ ਪ੍ਰੈਜ਼ੀਡੈਂਟ ਸਚਿਦਾਨੰਦ ਸਿਨਹਾ ਜੀ ਸਨ। ਸੋ ਦੋਸਤੋ, ਇਹ ਕੌਂਸਟੀਟਿਊਸ਼ਨ ਬਣਨ ਤੋਂ ਪਹਿਲਾਂ ਦੀ ਗੱਲ ਹੈ। ਸੋ ਕੈਬਨਿਟ ਮਿਸ਼ਨ ਵਾਜ਼ ਹੈਡਡ ਬਾਏ ਲਾਰਡ ਪੈਥਿਕ ਲਾਰੈਂਸ, ਠੀਕ ਹੈ ਦੋਸਤੋ। याद रखना है, क्वेश्चन बहुत इंपॉर्टेंट है। ਵਧਦੇ ਹਾਂ ਨੈਕਸਟ ਕੁਐਸਚਨ ਵੱਲ। ਦ ਕੌਂਸਟੀਟਿਊਸ਼ਨ ਆਫ ਇੰਡੀਆ ਵਾਜ਼ ਅਡੋਪਟਡ ਬਾਏ ਦਾ। ਕੌਂਸਟੀਟਿਊਸ਼ਨ ਆਫ ਇੰਡੀਆ ਜੋ ਸੀ, ਉਸਨੂੰ ਕਿਹਨਾਂ ਦੁਆਰਾ ਅਡੋਪਟ ਕੀਤਾ ਗਿਆ? ਸੋ ਸਹੀ ਉੱਤਰ ਰਹੇਗਾ ਕੌਂਸਟੀਟਿਊਐਂਟ ਅਸੈਂਬਲੀ, ਠੀਕ ਹੈ ਦੋਸਤੋ। ਕੌਂਸਟੀਟਿਊਐਂਟ ਅਸੈਂਬਲੀ ਨੇ ਹੀ ਸਾਡਾ ਕੌਂਸਟੀਟਿਊਸ਼ਨ ਬਣਾਇਆ ਸੀ, ਠੀਕ ਹੈ ਦੋਸਤੋ। ਵਧਦੇ ਹਾਂ ਅਗਲੇ ਕੁਐਸਚਨ ਵੱਲ। ਦ ਕੌਂਸਟੀਟਿਊਐਂਟ ਅਸੈਂਬਲੀ ਫॉर ਅਨਡਿਵਾਈਡਡ ਇੰਡੀਆ ਫਰਸਟ ਮੈਟ ਔਨ। ਸੋ ਕੌਂਸਟੀਟਿਊਐਂਟ ਅਸੈਂਬਲੀ ਪਹਿਲੀ ਵਾਰ ਕਦੋਂ ਮਿਲੀ ਸੀ? ਸੋ ਸਹੀ ਉੱਤਰ ਰਹਿਣ ਵਾਲਾ ਹੈ ਆਪਸ਼ਨ ਬੀ, 9 ਦਸੰਬਰ 1946, ਠੀਕ ਆ ਦੋਸਤੋ। ਆਪਸ਼ਨ ਬੀ ਬਿਲਕੁਲ ਕਰੈਕਟ ਉੱਤਰ ਰਹੇਗਾ। ਅਤੇ ਇਸ ਦੇ ਨਾਲ ਹੀ ਦੋਸਤੋ, ਤੁਸੀਂ ਇਹ ਵੀ ਨੋਟ ਕਰ ਲਓ ਕਿ ਕੌਂਸਟੀਟਿਊਐਂਟ ਅਸੈਂਬਲੀ ਸਟਾਰਟਿੰਗ ਤੋਂ ਲੈ ਕੇ ਕੌਂਸਟੀਟਿਊਸ਼ਨ ਦੇ ਬਣਨ ਤੱਕ ਤਕਰੀਬਨ 11 ਵਾਰ ਮਿਲੇ ਸਨ, ਠੀਕ ਹੈ ਦੋਸਤੋ। ਇਹਨਾਂ ਦੇ 11 ਸੈਸ਼ਨ ਹੋਏ ਸਨ। ਇਹ ਵੀ ਕੁਐਸਚਨ ਅਕਸਰ ਹੀ ਪੁੱਛਿਆ ਜਾਂਦਾ ਹੈ। ਸੋ ਨੈਕਸਟ ਕੁਐਸਚਨ ਰਹੇਗਾ, ਵੈਨ ਦ ਕੌਂਸਟੀਟਿਊਐਂਟ ਅਸੈਂਬਲੀ ਫॉर ਦ ਡੋਮੀਨੀਅਨ ਆਫ ਇੰਡੀਆ ਰਿਸੈਂਬਲਡ ਔਨ 31 ਅਕਤੂਬਰ 1947 ਇਟਸ ਰਿਡਿਊਸਡ ਮੈਂਬਰਸ਼ਿਪ ਵਾਜ਼। ਜਦੋਂ ਕੌਂਸਟੀਟਿਊਐਂਟ ਅਸੈਂਬਲੀ 31 ਅਕਤੂਬਰ ਨੂੰ ਮਿਲੀ ਸੀ, ਤਾਂ ਉਸ ਸਮੇਂ ਉਹਨਾਂ ਦੇ ਮੈਂਬਰ ਦੀ ਗਿਣਤੀ ਕਿੰਨੀ ਸੀ? ਸਿੰਪਲ ਜਿਹਾ ਕੁਐਸਚਨ ਹੀ ਹੈ ਦੋਸਤੋ। ਸੋ ਸਹੀ ਉੱਤਰ ਰਹਿਣ ਵਾਲਾ ਹੈ 299, ਠੀਕ ਹੈ ਦੋਸਤੋ। ਇਸ ਦੇ ਨਾਲ ਹੀ ਤੁਸੀਂ ਕੁਝ ਇਹ ਵੀ ਪੁਆਇੰਟ ਨੋਟ ਕਰ ਲਓ ਦੋਸਤੋ ਕਿ ਇਨੀਸ਼ੀਅਲੀ ਤਾਂ ਕੌਂਸਟੀਟਿਊਐਂਟ ਅਸੈਂਬਲੀ ਵਿੱਚ 389 ਮੈਂਬਰ ਸਨ, ਬਟ ਉਸ ਪਾਰਟੀਸ਼ਨ ਤੋਂ ਬਾਅਦ ਬਾਕੀ ਜੋ ਮੈਂਬਰ ਸਨ ਉਹ ਪਾਕਿਸਤਾਨ ਵਿੱਚ ਚਲੇ ਗਏ ਸਨ ਅਤੇ ਇੰਡੀਆ ਵਿੱਚ 299 ਹੀ ਰਹਿ ਗਏ ਸਨ, ਜਿਨ੍ਹਾਂ ਵਿੱਚੋਂ ਕਿ 229 ਜੋ ਸਨ ਉਹ ਬ੍ਰਿਟਿਸ਼ ਪ੍ਰੋਵਿੰਸਿਸ ਦੇ ਸਨ, ਅਤੇ ਬਾਕੀ ਜੋ ਬਚੇ 70 ਮੈਂਬਰ ਸਨ ਉਹ ਪ੍ਰਿੰਸਲੀ ਸਟੇਟਸ ਦੇ ਸਨ, ਠੀਕ ਆ ਦੋਸਤੋ। ਇਹ ਕੁਝ ਜ਼ਰੂਰੀ ਪੁਆਇੰਟ ਤੁਸੀਂ ਨੋਟ ਕਰ ਲਓ, ਠੀਕ ਹੈ ਦੋਸਤੋ। ਵਧਦੇ ਹਾਂ ਅਗਲੇ ਕੁਐਸਚਨ ਵੱਲ। ਹੂ ਅਮੰਗ ਦਾ ਫੋਲੋਇੰਗ ਵਾਜ਼ ਦਾ ਕੌਂਸਟੀਟਿਊਐਂਟ ਐਡਵਾਈਜ਼ਰ ਟੂ ਦਾ ਕੌਂਸਟੀਟਿਊਐਂਟ ਅਸੈਂਬਲੀ ਆਫ ਇੰਡੀਆ। ਸੋ ਕੌਂਸਟੀਟਿਊਸ਼ਨਲ ਐਡਵਾਈਜ਼ਰ ਆਫ ਕੌਂਸਟੀਟਿਊਐਂਟ ਅਸੈਂਬਲੀ ਆਫ ਇੰਡੀਆ ਵਾਜ਼, इसका सही उत्तर रहेगा ऑप्शन ए, ठीक है दोस्तों। BN राव ने
ਜੋ ਸਨ BN ਰਾਓ ਜੋ ਸਨ ਉਹ ਐਡਵਾਈਜ਼ਰ ਸਨ ਕਨਸਟੀਟਿਊਐਂਟ ਅਸੈਂਬਲੀ ਆਫ ਇੰਡੀਆ ਦੇ। The Constitution of India was enacted by the Constituent Assembly set up। So Constitution of India जो है वो Constituent Assembly द्वारा बनाया गया। सो इसका सही उत्तर रहेगा अंडर द कैबिनेट मिशन प्लान 1946। कैबिनेट मिशन प्लान आया सी जिसने कि 1946 ਵਿੱਚ ਕਨਸਟੀਟਿਊਐਂਟ ਅਸੈਂਬਲੀ ਬਣਾ ਕੇ ਕਨਸਟੀਟਿਊਸ਼ਨ ਆਫ ਇੰਡੀਆ ਬਣਾਉਣ ਦੀ ਸਲਾਹ ਦਿੱਤੀ ਸੀ ਅਤੇ ਬਣਾਉਣ ਲਈ ਸਾਰਾ ਕੰਮ ਸ਼ੁਰੂ ਕਰ ਦਿੱਤਾ ਸੀ ਦੋਸਤੋ। ਨੈਕਸਟ ਕੁਐਸਚਨ ਵਧਦੇ ਹਾਂ। ਦ ਕਨਸਟੀਟਿਊਐਂਟ ਅਸੈਂਬਲੀ ਵਿੱਚ ਫਰੇਮਡ ਦ ਕਨਸਟੀਟਿਊਸ਼ਨ ਫॉर ਇੰਡੀਪੈਂਡੈਂਟ ਇੰਡੀਆ ਵਾਜ਼ ਸੈਟ ਅਪ ਇਨ। ਕਨਸਟੀਟਿਊਐਂਟ ਅਸੈਂਬਲੀ ਜਿਸਨੇ ਕਿ ਕਨਸਟੀਟਿਊਸ਼ਨ ਆਫ ਇੰਡੀਆ ਬਣਾਇਆ ਇਹ ਕਦੋਂ ਬਣਾਈ ਗਈ ਸੀ? ਸੋ ਸਹੀ ਉੱਤਰ ਰਹੇਗਾ ਆਪਸ਼ਨ ਬੀ 1946। ਠੀਕ ਆ ਦੋਸਤੋ। Next question, who presided over the inaugural meeting of the Constituent Assembly of India? Constituent Assembly ਦੀ ਜੋ ਪਹਿਲੀ ਮੀਟਿੰਗ ਸੀ ਉਸ ਦੇ ਪ੍ਰੈਜ਼ੀਡੈਂਟ ਕੌਣ ਸਨ? ਸੋ ਇਸ ਦਾ ਸਹੀ ਉੱਤਰ ਮੈਂ ਤੁਹਾਨੂੰ ਥੋੜ੍ਹੀ ਦੇਰ ਪਹਿਲੇ ਦੱਸਿਆ ਸੀ ਦੋਸਤੋ, ਸਚਿਦਾਨੰਦ ਸਿਨਹਾ। ਇਹ ਕਨਸਟੀਟਿਊਐਂਟ ਅਸੈਂਬਲੀ ਬਣਨ ਤੋਂ ਬਾਅਦ ਦੀ ਗੱਲ ਹੈ। ਜੋ ਮੈਂ ਪਹਿਲਾਂ ਦੱਸਿਆ ਸੀ 35 ਵਾਲਾ ਉਹ ਉਸ ਤੋਂ ਪਹਿਲਾਂ ਦੀ ਗੱਲ ਸੀ। ਠੀਕ ਹੈ ਦੋਸਤੋ, ਆਪਸ਼ਨ ਏ ਬਿਲਕੁਲ ਕਰੈਕਟ ਉੱਤਰ ਰਹੇਗਾ। Who among the following was the chairman of the drafting committee of the Indian Constitution? ਇਹ ਤਾਂ ਕੁਐਸਚਨ ਦੋਸਤੋ ਪੇਪਰ ਵਿੱਚ ਬਹੁਤ ਹੀ ਜ਼ਿਆਦਾ ਵਾਰ ਪੁੱਛਿਆ ਜਾ ਚੁੱਕਿਆ ਹੈ। ਡਰਾਫਟਿੰਗ ਕਮੇਟੀ ਦੇ ਚੇਅਰਮੈਨ ਕੌਣ ਸਨ? ਸੋ ਸਹੀ ਉੱਤਰ ਸਭ ਨੂੰ ਹੀ ਪਤਾ ਹੈ BR ਅੰਬੇਦਕਰ। ਠੀਕ ਹੈ ਦੋਸਤੋ, ਵਧਦੇ ਹਾਂ ਅਗਲੇ ਕੁਐਸਚਨ ਵੱਲ। How long did the Constituent Assembly take to finally pass the Constitution? Constitution of India ਬਣਾਉਣ ਲਈ Constituent Assembly ਨੂੰ ਕਿੰਨਾ ਸਮਾਂ ਲੱਗ ਗਿਆ? ਸੋ ਇਸ ਦਾ ਸਹੀ ਉੱਤਰ ਰਹੇਗਾ। ਸੋ ਦੋਸਤੋ ਆਪਸ਼ਨਸ ਦੇ ਅਕੋਰਡਿੰਗ ਇੱਥੇ ਆਨਸਰ ਰਹੇਗਾ ਅਬਾਊਟ 3 years ਸਿੰਸ 9 December 1946। ਬਟ ਅਗਰ ਐਗਜ਼ੈਕਟਲੀ ਅਸੀਂ ਇਸ ਦੀ ਗੱਲ ਕਰੀਏ ਤਾਂ 2 years 11 months ਐਂਡ 18 days ਇਹ ਸੀ ਜੋ ਐਗਜ਼ੈਕਟ ਸਮੇਂ ਕਨਸਟੀਟਿਊਸ਼ਨ ਨੂੰ ਬਣਾਉਣ ਲਈ ਲੱਗਾ ਸੀ ਦੋਸਤੋ। ਸੋ ਇੱਥੇ ਇਹ 9 December 1946 ਤੋਂ ਕਾਊਂਟ ਕੀਤਾ ਗਿਆ ਹੈ ਤਾਂ ਇਹ ਲਗਭਗ 3 ਸਾਲ ਦੇ ਕਰੀਬ ਬਣਦਾ ਹੈ। ਬਟ ਐਗਜ਼ੈਕਟਲੀ ਇਸਦਾ ਆਨਸਰ ਇਹ ਹੈ 2 ਸਾਲ 11 ਮਹੀਨੇ ਅਤੇ 18 ਦਿਨ 2 11 18। ਸੋ ਆਪਸ਼ਨ ਡੀ ਇਹਨਾਂ ਆਪਸ਼ਨ ਦੇ ਅਕੋਰਡਿੰਗ ਬਿਲਕੁਲ ਸਹੀ ਉੱਤਰ ਰਹੇਗਾ ਦੋਸਤੋ। ਨੈਕਸਟ ਕੁਐਸਚਨ ਨਾਲ ਵਧਦੇ ਹਾਂ। ਹੂ ਵਾਜ਼ ਦਾ ਪ੍ਰੈਜ਼ੀਡੈਂਟ ਆਫ ਕਨਸਟੀਟਿਊਐਂਟ ਅਸੈਂਬਲੀ? ਪ੍ਰੈਜ਼ੀਡੈਂਟ ਕੌਣ ਸਨ ਕਨਸਟੀਟਿਊਐਂਟ ਅਸੈਂਬਲੀ ਦੇ? ਸੋ ਸਹੀ ਉੱਤਰ ਰਹੇਗਾ ਰਾਜਿੰਦਰ ਪ੍ਰਸਾਦ। ਰਾਜਿੰਦਰ ਪ੍ਰਸਾਦ ਜੋ ਸਨ ਉਹ ਪਰਮਾਨੈਂਟ ਪ੍ਰੈਜ਼ੀਡੈਂਟ ਬਣੇ ਸਨ। ਉਸ ਤੋਂ ਪਹਿਲਾਂ ਇੰਟੈਰਿਮ ਪ੍ਰੈਜ਼ੀਡੈਂਟ ਬਣਾਏ ਗਏ ਸਨ ਡਾਕਟਰ ਸਚਿਦਾਨੰਦ ਸਿਨਹਾ ਜੀ। ਠੀਕ ਹੈ ਦੋਸਤੋ, ਸੋ ਡਾਕਟਰ ਰਾਜਿੰਦਰ ਪ੍ਰਸਾਦ ਪਰਮਾਨੈਂਟ ਪ੍ਰੈਜ਼ੀਡੈਂਟ ਸਨ। ਨੈਕਸਟ ਕੁਐਸਚਨ ਨਾਲ ਵਧਦੇ ਹਾਂ। The demand for the Constituent Assembly was put forward by the Indian National Congress in 1936 at its session held at। So Indian National Congress ਨੇ Constituent Assembly ਬਣਾਉਣ ਦੀ ਡਿਮਾਂਡ ਰੱਖੀ ਸੀ ਆਪਣੇ ਕਿਸ ਸੈਸ਼ਨ ਦੌਰਾਨ? ਤਾਂ ਇਹ ਵੀ ਦੋਸਤੋ ਕੁਐਸਚਨ ਬਹੁਤ ਇੰਪੋਰਟੈਂਟ ਹੈ। ਸਹੀ ਉੱਤਰ ਰਹੇਗਾ ਲਖਨਊ ਸੈਸ਼ਨ, ਆਪਸ਼ਨ ਸੀ। ਠੀਕ ਹੈ ਦੋਸਤੋ, ਆਪਸ਼ਨ ਸੀ ਬਿਲਕੁਲ ਕਰੈਕਟ ਉੱਤਰ ਰਹੇਗਾ। ਵਧਦੇ ਹਾਂ ਨੈਕਸਟ ਕੁਐਸਚਨ ਵੱਲ। The Constituent Assembly arrived at decision on the various provisions of the Constitution by consensus। ਇਸ ਦਾ ਮਤਲਬ ਇਹ ਹੈ ਦੋਸਤੋ ਕਿ ਜਿੰਨੇ ਵੀ ਡਿਸੀਜਨ ਕਨਸਟੀਟਿਊਐਂਟ ਅਸੈਂਬਲੀ ਦੁਆਰਾ ਕਨਸਟੀਟਿਊਸ਼ਨ ਨੂੰ ਬਣਾਉਣ ਲਈ ਲਏ ਜਾਂਦੇ ਸਨ ਉਹ ਬਾਈ ਕੰਸੈਂਸਸ ਯਾਨੀ ਕਿ ਸਾਰਿਆਂ ਦੀ ਮੈਜੋਰਟੀ ਨਾਲ ਹੀ ਲਏ ਜਾਂਦੇ ਸਨ। ਮਤਲਬ ਕਿ ਅਗਰ ਉਹਨਾਂ ਦੇ ਕੋਈ ਮੈਂਬਰ ਅਗਰ ਉਸ ਚੀਜ਼ ਨੂੰ ਅਪੋਜ਼ ਕਰਦਾ ਸੀ ਯਾਨੀ ਕਿ ਇਨਕਾਰ ਕਰਦਾ ਸੀ ਤਾਂ ਉਹਨਾਂ ਦੀ ਵੀ ਰਾਏ ਜ਼ਰੂਰ ਲਈ ਜਾਂਦੀ ਸੀ ਅਤੇ ਉਹਨਾਂ ਨੂੰ ਵੀ ਉਸ ਚੀਜ਼ ਲਈ ਸਮਝ ਲਓ ਕਿ ਮਨਾਇਆ ਜਾਂਦਾ ਸੀ ਜਾਂ ਫਿਰ ਉਹਨਾਂ ਦੇ ਡਿਸੀਜਨ ਨੂੰ ਵੀ ਕੰਸੀਡਰ ਕੀਤਾ ਜਾਂਦਾ ਸੀ ਦੋਸਤੋ। ਸੋ ਮੈਜੋਰਟੀ ਇੱਕ ਬਹੁਤ ਵੱਡਾ ਰੋਲ ਪਲੇ ਕਰਦੀ ਹੈ। ਠੀਕ ਹੈ ਦੋਸਤੋ, ਸੋ ਨੈਕਸਟ ਕੁਐਸਚਨ ਰਹੇਗਾ The most profound influence on the drafting of Indian Constitution was exercised by। ਸੋ ਅਸੀਂ ਜਾਣਦੇ ਹਾਂ ਕਿ ਇੰਡੀਅਨ ਕਨਸਟੀਟਿਊਸ਼ਨ ਜੋ ਹੈ ਇਹ ਵੱਖ-ਵੱਖ ਦੇਸ਼ਾਂ ਤੋਂ ਇਸ ਦੇ ਵਿੱਚ ਅਲੱਗ-ਅਲੱਗ ਫੀਚਰ ਲਏ ਗਏ ਹਨ। ਸੋ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਫਾਊਂਡ ਇਨਫਲੂਐਂਸ ਕਿਸ ਦਾ ਹੈ? ਮਤਲਬ ਸਭ ਤੋਂ ਜ਼ਿਆਦਾ ਕਿਹਦੇ ਸਿਧਾਂਤਾਂ ਉੱਤੇ ਇਹ ਬਣਾਇਆ ਗਿਆ ਹੈ? ਸੋ ਸਹੀ ਉੱਤਰ ਰਹਿਣ ਵਾਲਾ ਹੈ ਇਸ ਦਾ ਗਵਰਨਮੈਂਟ ਆਫ ਇੰਡੀਆ ਐਕਟ 1935। ਠੀਕ ਹੈ ਦੋਸਤੋ, ਆਪਸ਼ਨ ਸੀ ਬਿਲਕੁਲ ਕਰੈਕਟ ਉੱਤਰ ਰਹੇਗਾ। ਮੈਚ ਦਾ ਫੋਲੋਇੰਗ
सो इसका आंसर ऑप्शन डी है। ठीक है दोस्तों। ਸੋ ਇਹ ਇਸ ਤਰੀਕੇ ਨਾਲ ਹੈ ਦੋਸਤੋ ਕਿ ਡਰਾਫਟਿੰਗ ਕਮੇਟੀ ਜੋ ਅਸੀਂ ਜਾਣਦੇ ਹਾਂ ਕਿ ਕੌਂਸਟੀਟਿਊਐਂਟ ਅਸੈਂਬਲੀ ਵਿੱਚ ਅਲੱਗ-ਅਲੱਗ ਕਮੇਟੀਆਂ ਬਣਾਈਆਂ ਗਈਆਂ ਸਨ। ਸੋ ਉਹਨਾਂ ਦੇ ਅਲੱਗ-ਅਲੱਗ ਚੇਅਰਮੈਨ ਸਨ। ਸੋ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸਨ ਡਾਕਟਰ BR ਅੰਬੇਦਕਰ। ਇਸ ਤਰੀਕੇ ਨਾਲ ਆਪਸ਼ਨ ਪਹਿਲੇ ਨਾਲ 4 ਸੈੱਟ ਬੈਠਦਾ ਹੈ। ਸੋ ਕਮੇਟੀ ਔਨ ਫੰਡਾਮੈਂਟਲ ਰਾਈਟਸ ਐਂਡ ਮਾਈਨੋਰਿਟੀ ਰਾਈਟਸ, ਸੋ ਇਸ ਦੇ ਚੇਅਰਮੈਨ ਸਨ ਵੱਲਭ ਭਾਈ ਪਟੇਲ। ਠੀਕ ਹੈ ਦੋਸਤੋ। ਸੋ ਇਸ ਤਰੀਕੇ ਨਾਲ 1 B ਦੇ ਨਾਲ 1 ਸੈੱਟ ਬੈਠਦਾ ਹੈ। ਅਤੇ ਯੂਨੀਅਨ ਕੌਂਸਟੀਟਿਊਸ਼ਨ ਕਮੇਟੀ ਦੇ ਹੈੱਡ ਸਨ ਜਵਾਹਰ ਲਾਲ ਨਹਿਰੂ। ਠੀਕ ਹੈ ਦੋਸਤੋ। ਅਤੇ ਵਰਕਿੰਗ ਕਮੇਟੀ ਦੇ ਹੈੱਡ ਸਨ ਕਨਈਆ ਲਾਲ ਮੁਨਸ਼ੀ। ਠੀਕ ਹੈ ਦੋਸਤੋ। ਸੋ ਇਸ ਦਾ ਇਸ ਤਰੀਕੇ ਨਾਲ ਆਪਸ਼ਨ ਡੀ ਕਰੈਕਟ ਉੱਤਰ ਰਹੇਗਾ। ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ, ਹੇਠਾਂ ਲਿਖਿਆਂ ਵਿੱਚੋਂ ਕਿਹੜੀ ਸਟੇਟਮੈਂਟ ਕਰੈਕਟ ਹੈ। ਸੋ ਸਹੀ ਉੱਤਰ ਰਹੇਗਾ ਆਪਸ਼ਨ ਏ, the Constituent Assembly of India was elected by the provincial assemblies in the year 1946। ठीक है दोस्तों। मैच द फॉलोइंग, सो इस द ऑप्शन ए बिल्कुल करेक्ट उत्तर रहेगा। सो इस क्वेश्चन में दोस्तों ऑप्शन पाने सॉरी मैं भुल गया हाँ। सो इन्हों मैच करके तुम इन्हों का आंसर बना देना कि इसका सही उत्तर रहेगा ऑप्शन ए, यानी कि जुलाई 22 1947 ਵਿੱਚ ਕੀ ਅਡੋਪਟ ਕੀਤਾ ਗਿਆ ਸੀ। ਸੋ ਅਡੋਪਸ਼ਨ ਆਫ ਨੈਸ਼ਨਲ ਫਲੈਗ ਬਾय द ਕੌਂਸਟੀਟਿਊਐਂਟ ਅਸੈਂਬਲੀ। ਠੀਕ ਹੈ ਦੋਸਤੋ। 22 ਜੁਲਾਈ 1947 ਵਿੱਚ ਨੈਸ਼ਨਲ ਫਲੈਗ ਅਡੋਪਟ ਕੀਤਾ ਗਿਆ ਸੀ। ਅਤੇ ਜਨਵਰੀ 24 1950 ਦੇ ਵਿੱਚ ਅਡੋਪਸ਼ਨ ਆਫ ਨੈਸ਼ਨਲ ਸੌਂਗ ਕੀਤਾ ਗਿਆ ਸੀ। ਠੀਕ ਹੈ ਦੋਸਤੋ। ਅਤੇ ਜਨਵਰੀ 26 1950 ਵਿੱਚ ਅਡੋਪਸ਼ਨ ਆਫ ਨੈਸ਼ਨਲ ਐਂਬਲਮ ਕੀਤਾ ਗਿਆ ਸੀ। ਠੀਕ ਹੈ ਦੋਸਤੋ। ਅਤੇ ਮਾਰਚ 22 1957 ਦੇ ਵਿੱਚ ਨੈਸ਼ਨਲ ਕੈਲੰਡਰ ਬਾਏ ਗਵਰਨਮੈਂਟ ਆਫ ਇੰਡੀਆ ਅਡੋਪਟ ਕੀਤਾ ਗਿਆ ਸੀ। ਸੋ ਇਹ ਇਸ ਦਾ ਬਿਲਕੁਲ ਕਰੈਕਟ ਉੱਤਰ ਰਹੇਗਾ ਦੋਸਤੋ। ਠੀਕ ਹੈ ਜੀ। ਸੋ ਵੱਧਦੇ ਹਾਂ ਅਸੀਂ ਆਪਣੇ ਅਗਲੇ ਕੁਐਸਚਨ ਵੱਲ। ਵਿਚ ਆਫ ਦਾ ਫੋਲੋਇੰਗ ਇਜ਼ ਕਰੈਕਟਲੀ ਮੈਚਡ, ਹੇਠ ਲਿਖਿਆਂ ਵਿੱਚੋਂ ਕਿਹੜੇ ਕਰੈਕਟਲੀ ਮੈਚ ਹਨ। ਸੋ ਸਹੀ ਉੱਤਰ ਰਹੇਗਾ 1 and 2। ਇੰਡੀਆਜ਼ ਨੈਸ਼ਨਲ ਸੌਂਗ ਇਜ਼ ਵੰਦੇ ਮਾਤਰਮ ਐਂਡ ਇੰਡੀਆਜ਼ ਨੈਸ਼ਨਲ ਫਲਾਵਰ ਇਜ਼ ਰੋਜ਼। ਠੀਕ ਹੈ ਦੋਸਤੋ। ਹਾਂਜੀ ਦੋਸਤੋ, ऑप्शन बी इज़ द बिल्कुल करेक्ट उत्तर रहेगा बिकॉज थर्ड ऑप्शन भी बिल्कुल सही है। नेशनल एनिमल ऑफ इंडिया इज़ ऑल्सो टाइगर। सो ऑप्शन बी बिल्कुल करेक्ट उत्तर रहेगा दोस्तों। ठीक है जी। वधदे हैं अगले क्वेश्चन वाल। द डिज़ाइन ऑफ द नैशनल फ्लैग वाज अडोप्टेड बाय द कॉन्स्टिट्यूएंट असैंबली इन, जो इंडियन नैशनल फ्लैग सी वो कॉन्स्टिट्यूएंट असैंबली द्वारा कदों अडोप्ट किया गया। सो हुणी मैं पिछले क्वेश्चन में इसका आंसर दिता सी जुलाई 1947। ठीक है दोस्तों, तारीख 22 सी। सो वधदे हैं अगले क्वेश्चन वाल। विच ऑफ द फॉलोइंग आर द प्रिंसिपल फीचर्स ऑफ गवर्नमेंट ऑफ इंडिया एक्ट 1919। सो गवर्नमेंट ऑफ इंडिया एक्ट 1919 ਦੇ ਮੇਨ ਪ੍ਰਿੰਸੀਪਲਸ ਕੀ ਸਨ। ਸਹੀ ਉੱਤਰ ਰਹੇਗਾ ਆਪਸ਼ਨ ਡੀ 1, 3 and 4। ਇੰਟਰੋਡਕਸ਼ਨ ਆਫ ਡਾਇਆਰਕੀ ਇਨ ਦ ਐਗਜ਼ੀਕਿਊਟਿਵ ਗਵਰਨਮੈਂਟ ਆਫ ਦ ਪ੍ਰੋਵਿੰਸਿਸ। ਇਸ ਦਾ ਮਤਲਬ ਇਹ ਹੁੰਦਾ ਹੈ, ਡਾਇਆਰਕੀ ਦਾ ਮਤਲਬ ਇਹ ਹੁੰਦਾ ਹੈ ਦੋਸਤੋ, ਜਦੋਂ ਗਵਰਨਮੈਂਟ ਜੋ ਹੁੰਦੀ ਹੈ ਉਹ ਮੇਨਲੀ 2 ਇੰਡੀਪੈਂਡੈਂਟ ਹਿੱਸਿਆਂ ਵਿੱਚ ਵੰਡੀ ਹੁੰਦੀ ਹੈ। ਠੀਕ ਹੈ ਦੋਸਤੋ। ਸੋ ਸੈਕਿੰਡ ਆਪਸ਼ਨ ਇਸ ਦੇ ਵਿੱਚ ਗਲਤ ਹੈ। ਅਤੇ ਥਰਡ ਆਪਸ਼ਨ ਡੈਵੋਲੂਸ਼ਨ ਆਫ ਲੈਜਿਸਲੇਟਿਵ ਅਥਾਰਟੀ ਬਾਏ ਦ ਸੈਂਟਰ ਟੂ ਦ ਪ੍ਰੋਵਿੰਸਿਸ। ਸੋ ਸੈਂਟਰ ਦੁਆਰਾ ਪ੍ਰੋਵਿੰਸਿਸ ਨੂੰ ਜਦੋਂ ਪਾਵਰਸ ਦਿੱਤੀਆਂ ਗਈਆਂ ਸੀ, ਇਹ ਵੀ ਇਸ ਦਾ ਇੱਕ ਮੇਨ ਫੀਚਰ ਹੈ। ਐਕਸਪੈਂਸ਼ਨ ਐਂਡ ਰੀਕਨਸਟੀਟਿਊਸ਼ਨ ਆਫ ਸੈਂਟਰਲ ਐਂਡ ਪ੍ਰੋਵਿੰਸ਼ੀਅਲ ਲੈਜਿਸਲੇਚਰ। ਸੋ ਸੈਂਟਰ ਵਿੱਚ ਅਤੇ ਪ੍ਰੋਵਿੰਸ਼ੀਅਲ ਯਾਨੀ ਕਿ ਸਟੇਟਸ ਦੇ ਵਿੱਚ ਅਲੱਗ-ਅਲੱਗ ਲੈਜਿਸਲੇਚਰ ਅਲੱਗ-ਅਲੱਗ ਪਾਵਰਸ ਨੂੰ ਵੰਡਿਆ ਗਿਆ ਹੈ। ਸੋ ਇਹ ਵੀ ਇਸ ਦਾ ਇੱਕ ਫੀਚਰ ਸੀ। ਸੋ 1, 3 and 4 ਇਹ ਤਿੰਨੋਂ ਹੀ ਇਸ ਦਾ ਸਹੀ ਉੱਤਰ ਬਣਾਉਣਗੇ। ਆਪਸ਼ਨ ਡੀ ਬਿਲਕੁਲ ਕਰੈਕਟ ਉੱਤਰ ਰਹੇਗਾ। ਵਿਚ ਆਫ ਦ ਫੋਲੋਇੰਗ ਪ੍ਰੂਵਡ ਟੂ ਬੀ ਦ ਮੋਸਟ ਸ਼ਾਰਟ ਲਿਵਡ ਆਫ ਆਲ ਬ੍ਰਿਟਿਸ਼ ਕੌਂਸਟੀਟਿਊਸ਼ਨਲ ਐਕਸਪੈਰੀਮੈਂਟਸ ਇਨ ਇੰਡੀਆ। ਸੋ ਹੇਠ ਲਿਖਿਆਂ ਵਿੱਚੋਂ ਬ੍ਰਿਟਿਸ਼ ਕੌਂਸਟੀਟਿਊਸ਼ਨਲ ਐਕਸਪੈਰੀਮੈਂਟਸ ਜੋ ਇੰਡੀਆ ਵਿੱਚ ਕੀਤੇ ਗਏ ਇਹਨਾਂ ਵਿੱਚੋਂ ਸਭ ਤੋਂ ਘੱਟ ਸਮੇਂ ਲਈ ਕਿਹੜਾ ਐਕਟ ਰਿਹਾ। ਸੋ ਸਹੀ ਉੱਤਰ रहेगा ऑप्शन बी इंडियन काउंसिल एक्ट 1909। ठीक है दोस्तों, ये क्वेश्चन काफ़ी इंपॉर्टेंट है।
ਵਧਦੇ ਹਾਂ ਨੈਕਸਟ ਕੁਐਸਚਨ ਵੱਲ। ਵਿਚ ਵਨ ਆਫ ਦ ਫੋਲੋਇੰਗ ਐਕਟ ਫਾਰਮਲੀ ਇੰਟਰੋਡਿਊਸ ਦ ਪ੍ਰਿੰਸੀਪਲਸ ਆਫ ਇਲੈਕਸ਼ਨ ਫॉर द ਫਰਸਟ ਟਾਈਮ। ਸੋ ਇਲੈਕਸ਼ਨ ਕਰਵਾਏ ਗਏ ਸਨ ਜਦੋਂ ਪਹਿਲੀ ਵਾਰ, ਉਹ ਕਿਸ ਐਕਟ ਦੇ ਆਧਾਰ ਤੇ ਪਹਿਲੀ ਵਾਰ ਕਰਵਾਏ ਗਏ ਸਨ। ਸੋ ਸਹੀ ਉੱਤਰ ਰਹਿਣ ਵਾਲਾ ਹੈ ਇੰਡੀਅਨ ਕਾਊਂਸਲ ਐਕਟ 1909। ਠੀਕ ਹੈ ਦੋਸਤੋ, ਠੀਕ ਹੈ ਜੀ। ਸੋ ਨੈਕਸਟ ਕੁਐਸਚਨ ਰਹਿਣ ਵਾਲਾ ਹੈ ਵਿਚ ਆਫ ਦ ਫੋਲੋਇੰਗ ਫੀਚਰਸ ਡੂ ਨਾਟ ਕੰਟਰੀਬਿਊਟ ਟੂ ਮੇਕਿੰਗ ਦ ਇੰਡੀਅਨ ਕਨਸਟੀਟਿਊਸ਼ਨ ਦ ਬਲਕੀਐਸਟ ਇਨ ਦ ਵਰਲਡ। ਸੋ ਅਸੀਂ ਜਾਣਦੇ ਹਾਂ ਕਿ ਇੰਡੀਆ ਦਾ ਜੋ ਸੰਵਿਧਾਨ ਹੈ ਉਹ ਸਭ ਤੋਂ ਵੱਡਾ ਯਾਨੀ ਕਿ ਬਲਕੀਐਸਟ ਕਨਸਟੀਟਿਊਸ਼ਨ ਹੈ। ਸੋ ਹੇਠ ਲਿਖੇ ਵਿੱਚੋਂ ਐਸਾ ਕਿਹੜਾ ਪੁਆਇੰਟ ਹੈ ਜੋ ਇਸ ਗੱਲ ਨੂੰ ਪ੍ਰੂਫ ਨਹੀਂ ਕਰਦਾ। ਧਿਆਨ ਨਾਲ ਪੜ੍ਹਨਾ ਦੋਸਤੋ, ਜੋ ਪ੍ਰੂਫ ਨਹੀਂ ਕਰਦਾ। ਸੋ ਸਹੀ ਉੱਤਰ ਆਉਣ ਵਾਲਾ ਹੈ ਆਪਸ਼ਨ ਸੀ 2 and 3। ਠੀਕ ਹੈ ਦੋਸਤੋ, next question, which of the following statement is are not correct about the objectives resolution। objective resolution जो लियांदा गया सी उसदे रिलेटेड किहड़ी स्टेटमेंट गलत है। ठीक है दोस्तों, तो सही उत्तर रहेगा ऑप्शन सी 3rd and 4th। it formed the basis for the chapter on fundamental rights। ये भी गलत है दोस्तों। it called for the establishment of socialist and secular polity। ठीक है दोस्तों, मुद्दे अगले क्वेश्चन वाला। विच ऑफ द फॉलोइंग आइटम्स इज रॉन्गली मैच्ड। हेठ लिखे बच्चों रॉन्गली मैच दसो दोस्तों। सो इस दे विच दोस्तों फिर ऑप्शन नहीं आ पाए क्योंकि स्क्रीन छोटी होने कारण ये चीज़ नहीं हो पाई पॉसिबल। सो मैं तुहानूं इसका सही उत्तर दस दिना। सो इस दे विच जो ऑप्शन ए है ये बिल्कुल सही है, यानी कि ये करैक्टली मैच है। सो बाकी सारे सही हैं। ये जो डेट्स लिखी गई हैं ये सारियां अडोप्शन डेट्स लिखी गई हैं जो भी कुछ एक्शनस किए गए। ठीक है दोस्तों, जिमें कि नवंबर 26 1949 विच द पीपल ऑफ इंडिया अडोप्टेड एंड इनैक्टेड गेव द दमसेल्फ द कॉन्स्टिट्यूशन। हाँ जी बिल्कुल सही है ये कि 1949 26 जनवरी ਨੂੰ कॉन्स्टिट्यूशन जो है अडोप्ट कर लिया गया सी। 24 जनवरी 1950 विच कॉन्स्टिट्यूशन वाज फाइनली साइंड बाय द मैंबर्स ऑफ कॉन्स्टिट्यूएंट असैंबली। जी हाँ बिल्कुल साइन कर दिता गया सी। जनवरी 26 1950 द डेट ऑफ कमेंसमेंट ऑफ द कॉन्स्टिट्यूशन, ਜਦੋਂ संविधान वर्क करना शुरू कर गया सी। सो ये तीनों ही ऑप्शन बिल्कुल सही हैं ਅਤੇ ਇਹ ऑप्शन बिल्कुल गलत है दोस्तों। ठीक है दोस्तों, ਵਧਦੇ ਹਾਂ ਅਗਲੇ क्वेश्चन ਵੱਲ। विच ऑफ द फॉलोइंग provisions of the constitution came into force from नवंबर 26 1949। सो ये बहुत ही इंपॉर्टेंट क्वेश्चन पड़ेगा क्योंकि दोस्तों जो कॉन्स्टिट्यूशन है वो पूरे तरीके नाल 1950 विच लागू किया गया सी 26 जनवरी 1950 विच। बट उसके कुछ प्रोविजनस ऐसे सन जो कि नवंबर 26 1949 विच ही स्टार्ट कर दित्तियां गईयां सन। सो वो किहड़ियां प्रोविजन सन। सो ये बहुत ही इंपॉर्टेंट क्वेश्चन रहेगा। इसका सही उत्तर रहेगा ऑप्शन सी 1, 2 and 3। प्रोविजंस रिलेटेड टू सिटीजनशिप, प्रोविजंस रिलेटेड टू इलैक्शंस एंड प्रोविजंस रिलेटेड टू प्रोविजनल पार्लीमेंट। ये सारे ही फीचर्स जो सन 1949 वाले कॉन्स्टिट्यूशन विच आ गए सन और फंडामेंटल्स ये बाद विच ऐड किए गए सन। ठीक है दोस्तों, विच ऑफ द फॉलोइंग एक्ट गेव द रिप्रेजेंटेशन ऑफ इंडियंस फॉर द फर्स्ट टाइम इन लैजिस्लेचर। लैजिस्लेचर विच इंडियंस नूं सब तो पहला रिप्रेजेंटेशन कदों मिली। सो सही उत्तर रहेगा ऑप्शन सी गवर्नमेंट ऑफ इंडिया एक्ट 1935। ठीक है दोस्तों, द क्राउन टुक द गवर्नमेंट ऑफ इंडिया इनटू इट्स ओन हैंड्स बाय। गवर्नमेंट ऑफ इंडिया नूं अपना क्राउन कदों मिलिया। सो सही उत्तर रहेगा गवर्नमेंट ऑफ इंडिया एक्ट 1858। ठीक है दोस्तों, consider the following statements। the Indian constitution is option B 2 and 3 both are correct। it's a written constitution, yes। unwritten तो नहीं है। so largely based on the government of India Act 1935। जी हाँ बिल्कुल सही है। so option B ਅਤੇ C यानी कि option B बिल्कुल correct उत्तर रहेगा दोस्तों। so ਅੱਜ ਦੇ लास्ट क्वेश्चन में ਅਸੀਂ आ गए हैं। The Indian Constitution established a secular state meaning। so इसका meaning की है। so secular state का meaning ਹੁੰਦਾ है option। so option D इसका बिल्कुल सही उत्तर रहेगा दोस्तों।
1 द स्टेट ट्रीट्स ऑल द रिलीजन्स इक्वली। यस, स्टेट बिल्कुल इक्वली ट्रीट करेगी। ਇਹ ਸੈਕੂਲਰ ਸਟੇਟ ਦਾ ਮੇਨ ਫੀਚਰ ਹੁੰਦਾ ਹੈ। ਸੈਕਿੰਡ, ਫਰੀडम ਆਫ ਦ ਫੇਥ ਐਂਡ ਵਰਸ਼ਿਪ ਇਜ਼ ਅਲਾਉਡ ਟੂ ਆਲ ਦ ਪੀਪਲ। ਪੂਜਾ ਪਾਠ ਕਰਨਾ, ਕਿਸੇ ਵੀ ਧਰਮ ਨੂੰ ਮੰਨਣਾ, ਇਸ ਦੀ ਆਜ਼ਾਦੀ ਹੁੰਦੀ ਹੈ ਸੈਕੂਲਰ ਸਟੇਟ ਦੇ ਵਿੱਚ। ਅਤੇ ਫੋਰਥ ਆਪਸ਼ਨ, ਦ ਸਟੇਟਸ ਮੇਕਸ ਨੋ ਡਿਸਕ੍ਰਿਮੀਨੇਸ਼ਨ ਔਨ ਦ ਬੇਸਿਸ ਆਫ ਰਿਲੀਜਨ ਇਨ ਮੈਟਰ ਆਫ ਇੰਪਲੋਇਮੈਂਟ। ਜੋ ਸਰਕਾਰੀ ਨੌਕਰੀਆਂ ਜਾਂ ਕਿਸੇ ਵੀ ਸਰਕਾਰੀ ਕੰਮ ਦੇ ਵਿੱਚ ਰਿਲੀਜਨ ਦੇ ਆਧਾਰ 'ਤੇ ਕਦੇ ਵੀ ਮਤਭੇਦ ਨਹੀਂ ਕੀਤਾ ਜਾਏਗਾ, ਇਹ ਵੀ ਇਸਦਾ ਫੀਚਰ ਹੁੰਦਾ ਹੈ। ਸੋ ਜੀ ਹਾਂ ਦੋਸਤੋ, ਆਪਸ਼ਨ ਡੀ ਬਿਲਕੁਲ ਬੈਟਰ ਉੱਤਰ ਰਹੇਗਾ। ਸੋ ਹੋਪ ਕਰਦਾ ਕਿ ਤੁਹਾਨੂੰ ਅੱਜ ਦੀ ਕਲਾਸ ਪਸੰਦ ਆਈ ਹੋਏਗੀ ਅਤੇ ਪੋਲਿਟੀ ਨੂੰ ਮੈਂ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਟਾਰਟਿੰਗ ਤੋਂ ਟੋਪਿਕ ਵਾਈਜ਼ ਕਰਵਾਉਂਦਾ ਚਲਾਂਗਾ। ਸਟਾਰਟਿੰਗ ਤੋਂ ਕਦੋਂ ਕੁਛ ਕਿ ਜਿਵੇਂ ਕਿ ਤੁਸੀਂ ਅੱਜ ਦੇਖਿਆ ਹੀ ਹੋਏਗਾ ਕਿ ਮੈਂ ਇਨੀਸ਼ੀਅਲ ਸਟੇਜਸ ਬਾਰੇ ਕੁਐਸਚਨਸ ਕਰਵਾਏ ਹਨ, ਇਸੇ ਤਰੀਕੇ ਨਾਲ ਅਸੀਂ ਐਂਡ ਤੱਕ ਜਾਵਾਂਗੇ। ਸੋ ਠੀਕ ਹੈ ਦੋਸਤੋ, ਤੁਸੀਂ ਚੈਨਲ ਦੇ ਨਾਲ ਜੁੜੇ ਰਹਿਣਾ ਅਤੇ ਮੇਰੇ ਚੈਨਲ 'ਤੇ ਜੇਕਰ ਤੁਸੀਂ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਜ਼ਰੂਰ ਹੀ ਸਬਸਕ੍ਰਾਈਬ ਕਰ ਲਓ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਜੋ ਵੀ ਪੰਜਾਬ ਦੇ ਕਿਸੇ ਵੀ ਪੇਪਰ ਨੂੰ ਟਾਰਗੇਟ ਕਰ ਰਹੇ ਹਨ। ਸੋ ਠੀਕ ਹੈ ਦੋਸਤੋ, ਮਿਲਦੇ ਹਾਂ ਅਸੀਂ ਨੈਕਸਟ ਕਲਾਸ